ਹੈਲੋ ਸਟੂਡੈਂਟਸ, ਵੈਲਕਮ ਟੂ ਆਰ YouTube ਚੈਨਲ ਕੀ ਪੁਆਇੰਟ। ਜਿਵੇਂ ਕਿ ਤੁਹਾਨੂੰ ਪਤਾ ਆਪਾਂ ATT ਕੈਡਰ 994 ਜਿਹੜੀਆਂ ਪੋਸਟ ਆਈਆਂ ਉਹਦੀ ਪ੍ਰਿਪਰੇਸ਼ਨ ਕਰ ਰਹੇ ਸੀਗੇ। ਅੱਜ ਆਪਾਂ SS ਵਿੱਚੋਂ ਜਿਹੜਾ ਜੀਓਗ੍ਰਾਫੀ ਪਾਰਟ ਹੈ ਉਹਦਾ ਫਸਟ ਚੈਪਟਰ ਭਾਰਤ ਇੱਕ ਜਾਣ ਪਛਾਣ ਕਰਾਂਗੇ। ਸੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਸਭ ਤੋਂ ਪਹਿਲਾਂ ਭਾਰਤ ਦੇਸ਼ ਬਾਰੇ ਕੁਝ ਜਾਣਕਾਰੀ ਆਪਾਂ ਡਿਸਕਸ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜਿਹੜਾ ਭਾਰਤ ਹੈ ਉਹ ਗਲੋਬ ਤੋਂ ਦੇਖਣ ਤੋਂ ਤ੍ਰਿਭੁਜ ਆਕਾਰ ਦਾ ਲੱਗਦਾ ਹੈ। ਜਦੋਂ ਆਪਾਂ ਜਿਹੜੀ ਭਾਰਤ ਦੇਸ਼ ਹੈ ਉਹਨੂੰ ਜਦੋਂ ਗਲੋਬ ਤੋਂ ਵੇਖਦੇ ਹਾਂ, ਯਾਨੀ ਅਰਥ ਦਾ ਜਿਹੜਾ ਇੱਕ ਮਾਡਲ ਹੈ ਗਲੋਬ, ਉਸ ਤੋਂ ਦੇਖਦੇ ਹਾਂ ਤਾਂ ਜਿਹੜੀ ਅਰਥ ਦੀ ਸ਼ੇਪ ਹੈ, ਜਿਹੜੀ ਭਾਰਤ ਦਾ ਆਕਾਰ ਹੈ, ਜਿਹੜਾ ਭਾਰਤ ਦੀ ਸ਼ੇਪ ਹੈ ਉਹ ਕਿਹੜੀ ਲੱਗਦੀ ਹੈ? ਤ੍ਰਿਭੁਜ ਦੀ ਲੱਗਦੀ ਹੈ। ਕਿਸ ਤਰ੍ਹਾਂ ਦਾ ਲੱਗਦਾ ਹੈ? ਟਰਾਇੰਗੂਲਰ ਸ਼ੇਪ ਦਾ ਜਿਹੜਾ ਕੀ ਹੈ ਭਾਰਤ ਵੇਖਣ ਵਿੱਚ ਲੱਗਦਾ ਹੈ। ਹਿੰਦ ਮਹਾਸਾਗਰ ਨੂੰ ਨਾਮ ਦੇਣ ਵਾਲਾ ਜਿਹੜਾ ਭਾਰਤ ਹੈ ਉਸਨੇ ਜਿਹੜਾ ਹਿੰਦ ਮਹਾਸਾਗਰ ਹੈ ਉਸਨੂੰ ਕੀ ਹੈ? ਨਾਮ ਦਿੱਤਾ ਹੈ। ਉਸਨੂੰ ਕੀ ਹੈ? ਇੱਕ ਨਾਮ ਦਿੱਤਾ ਹੈ। ਜਿਹੜਾ ਹਿੰਦ ਮਹਾਸਾਗਰ ਜਿਹੜਾ ਕਿ ਭਾਰਤ ਦੇ ਦੱਖਣੀ ਪਾਸੇ ਵਿੱਚ ਜਿਹੜਾ ਮਹਾਸਾਗਰ ਹੈ ਉਸਨੂੰ ਜਿਹੜਾ ਹਿੰਦ ਮਹਾਸਾਗਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉਹ ਇੰਡੀਆ ਦੇ ਨਾਲ ਲੱਗਦਾ ਹੈ, ਇਸ ਲਈ ਕੀ ਹੈ ਉਸਨੂੰ ਹਿੰਦ ਮਹਾਸਾਗਰ ਵੀ ਕਿਹਾ ਜਾਂਦਾ ਹੈ। ਉਸ ਤੋਂ ਅੱਗੇ 3 ਪਾਸਿਆਂ ਤੋਂ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਹੈ। ਆਪਾਂ ਨੂੰ ਪਤਾ ਹੀ ਹੈ ਜਿਹੜਾ ਭਾਰਤ ਹੈ ਉਹ ਕੀ ਹੈ? ਤਿੰਨਾਂ ਪਾਸਿਆਂ ਤੋਂ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਹੈ। ਇਹ ਕੀ ਹੈ? ਅੱਗੇ ਆਪਾਂ ਇੱਕ ਇਮੇਜ ਨਾਲ ਵੀ ਦੇਖਾਂਗੇ ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਲੋਕੇਸ਼ਨ ਕੀ ਹੈ ਅਤੇ ਭਾਰਤ ਦੀਆਂ ਹੋਰ ਕੀ ਵਿਸ਼ੇਸ਼ਤਾਵਾਂ ਹਨ। ਉਸ ਤੋਂ ਅੱਗੇ ਉੱਤਰ ਵਿੱਚ ਮਹਾਨ ਪਰਬਤ ਹਿਮਾਲਿਆ ਹੈ। ਭਾਰਤ ਦੇ ਉੱਤਰ ਵਿੱਚ, ਭਾਰਤ ਦੇ ਨੌਰਥ ਵਿੱਚ ਕੀ ਹੈ ਜਿਹੜਾ ਮਹਾਨ ਪਰਬਤ ਕਿਹੜਾ ਹੈ? ਹਿਮਾਲਿਆ। ਇਹ ਆਪਾਂ ਨੂੰ ਕੁਐਸਚਨ ਵੀ ਆ ਸਕਦਾ ਹੈ। ਭਾਰਤ ਦੇ ਉੱਤਰ ਵਿੱਚ ਕਿਹੜਾ ਮਹਾਨ ਪਰਬਤ ਜਾਂ ਕਿਹੜੀ ਪਰਬਤ ਸ਼੍ਰੇਣੀ ਪਾਈ ਜਾਂਦੀ ਹੈ? ਉਹ ਕੀ ਹੈ? ਹਿਮਾਲਿਆ। ਉਸ ਤੋਂ ਅੱਗੇ ਜਨਸੰਖਿਆ ਦੇ ਆਧਾਰ 'ਤੇ ਦੂਜਾ ਅਤੇ ਖੇਤਰਫਲ ਪੱਖੋਂ 7ਵਾਂ ਸਥਾਨ ਹੈ। ਜਿਹੜਾ ਭਾਰਤ ਹੈ ਉਸਨੂੰ ਜੇ ਜਨਸੰਖਿਆ ਦੇ ਆਧਾਰ 'ਤੇ ਆਪਾਂ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਜਨਸੰਖਿਆ ਕਿਹਦੇ ਵਿੱਚ ਹੈ? ਚੀਨ ਵਿੱਚ ਹੈ। ਅਤੇ ਭਾਰਤ ਦੀ ਕੀ ਹੈ? ਦੂਜੇ ਨੰਬਰ 'ਤੇ ਆਉਂਦਾ, ਜਿਹੜਾ ਕਿ ਜਨਸੰਖਿਆ ਦੇ ਆਧਾਰ 'ਤੇ ਦੂਜੇ ਨੰਬਰ 'ਤੇ ਆਉਂਦਾ। ਉਸ ਤੋਂ ਬਾਅਦ ਜੇ ਖੇਤਰਫਲ ਪੱਖੋਂ ਆਪਾਂ ਗੱਲ ਕਰੀਏ ਤਾਂ ਖੇਤਰਫਲ ਪੱਖੋਂ ਜਿਹੜਾ ਭਾਰਤ ਹੈ ਉਹ 7ਵੇਂ ਸਥਾਨ 'ਤੇ ਆਉਂਦਾ। ਪਹਿਲੇ 6 ਦੇਸ਼ ਹੈਗੇ ਨੇ ਜਿਹੜੇ ਕਿ ਭਾਰਤ ਦੇਸ਼ ਤੋਂ ਵੱਡੇ ਨੇ, ਅਤੇ ਉਹਨਾਂ ਸਭ ਵੱਡੇ ਦੇਸ਼ਾਂ ਵਿੱਚੋਂ ਭਾਰਤ ਕੀ ਹੈ ਇੱਕ 7ਵਾਂ ਸਥਾਨ ਹਾਸਿਲ ਕਰਦਾ ਹੈ। ਆਹ ਦੇਖੋ ਸਟੂਡੈਂਟ, ਜਦੋਂ ਆਪਾਂ ਭਾਰਤ ਦੇਸ਼ ਨੂੰ ਜਦੋਂ ਆਪਾਂ ਗਲੋਬ ਤੋਂ ਯਾਨੀ ਧਰਤੀ ਤੋਂ ਦੇਖਦੇ ਹਾਂ ਤਾਂ ਜਿਹੜਾ ਭਾਰਤ ਕੀ ਆ ਉਹ ਇੱਕ ਤ੍ਰਿਭੁਜ ਆਕਾਰ ਦਾ ਦਿਖਦਾ ਹੈ। ਭਾਰਤ ਕਿਸ ਆਕਾਰ ਦਾ ਦਿਖਦਾ ਹੈ? ਤ੍ਰਿਭੁਜ ਆਕਾਰ ਦਾ ਦਿਖਦਾ ਹੈ। ਅਤੇ ਆਹ ਦੇਖੋ ਆਹ ਕੀ ਸਭ ਜਿਹੜਾ ਕਿਹੜਾ ਹੈ? ਇਹ ਹਿੰਦ ਮਹਾਸਾਗਰ ਹੈ। ਕਿਹੜਾ? ਹਿੰਦ ਮਹਾਸਾਗਰ ਹੈ। ਅਤੇ ਜਿਹੜਾ ਭਾਰਤ ਹੈ ਉਹ 3 ਪਾਸਿਆਂ ਤੋਂ, ਇੱਕ ਇਸ ਸਾਈਡ ਤੋਂ, ਇੱਕ ਵੈਸਟ ਤੋਂ ਯਾਨੀ ਪੱਛਮ ਤੋਂ, ਇੱਕ ਈਸਟ ਤੋਂ ਯਾਨੀ ਪੂਰਬ ਤੋਂ, ਇੱਕ ਥੱਲੋਂ ਸਾਊਥ ਤੋਂ ਯਾਨੀ ਦੱਖਣ ਤੋਂ, ਜਿਹੜਾ ਇਹ 3 ਪਾਸਿਆਂ ਤੋਂ ਕਿ ਭਾਰਤ ਕੀ ਹੈ? ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਹੈ। ਇਸ ਪਿਕਚਰ 'ਚ ਆਪਾਂ ਦੇਖ ਰਹੇ ਹਾਂ ਜਿਹੜਾ ਆਹ ਭਾਰਤ ਹੈ, ਭਾਰਤ ਦੇ ਜਿਹੜਾ ਨੌਰਥ ਸਾਈਡ ਹੈ ਯਾਨੀ ਜਿਹੜਾ ਉੱਤਰ ਪਾਰਟ ਹੈ ਉਹਦੇ ਵਿੱਚ ਕਿਹੜਾ ਪਰਬਤ ਹੈ? ਹਿਮਾਲਿਆ ਪਰਬਤ ਹੈ। ਦੇਖੋ ਜਦੋਂ ਵੀ ਸਟੂਡੈਂਟ ਆਪਾਂ ਕਿਸੇ ਵੀ ਚੀਜ਼ ਨੂੰ ਇਮੇਜ ਦੇ ਰੂਪ ਵਿੱਚ ਦੇਖ ਲੈਂਦੇ ਹਾਂ ਉਦੋਂ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਯਾਦ ਰਹਿੰਦਾ। ਇਸ ਕਰਕੇ ਇੱਥੋਂ ਕੀ ਹੈ ਜਿਹੜਾ ਭਾਰਤ ਹੈ ਉਹ ਕਿਹੜੇ ਆਕਾਰ ਦਾ ਦਿਖ ਰਿਹਾ? ਤ੍ਰਿਭੁਜ ਆਕਾਰ ਦਾ ਦਿਖ ਰਿਹਾ। 3 ਪਾਸਿਆਂ ਤੋਂ ਕੀ ਹੈ ਉਹ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਹੈ। ਅਤੇ ਜਿਹੜਾ ਭਾਰਤ ਦੇ ਉੱਤਰ ਪਾਸੇ ਵਿੱਚ ਕੀ ਹੈ? ਹਿਮਾਲਿਆ ਹੈ। 5ਵਾਂ ਪੁਆਇੰਟ, ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ਕੀ ਹੈ? ਇੱਕ ਬਹੁਤ ਹੀ ਵਿਸ਼ਾਲ ਦੇਸ਼ ਹੈ। ਜਿਵੇਂ ਕਿ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਅਤੇ ਪੱਛਮ ਵਿੱਚ ਕੀ ਹੈ? ਗੁਜਰਾਤ ਵਿੱਚ ਕੀ ਹੈ? ਹਜੇ ਰਾਤ ਹੀ ਹੁੰਦੀ ਹੈ। ਦੇਖੋ ਇਸ ਦਾ ਕਹਿਣ ਦਾ ਇਹ ਅਰਥ ਹੈ ਕਿ ਭਾਰਤ ਇੱਕ ਇੰਨਾ ਵੱਡਾ ਵਿਸ਼ਾਲ ਦੇਸ਼ ਹੈ। ਜੇਕਰ ਇੱਥੇ ਕੀ ਹੈ? ਇੱਥੇ ਅਰੁਣਾਚਲ ਪ੍ਰਦੇਸ਼ ਹੈ। ਇੱਥੇ ਜੀ ਅਰੁਣਾਚਲ ਪ੍ਰਦੇਸ਼ ਹੈ। ਇੱਥੋਂ ਹਜੇ ਸੂਰਜ ਕੀ ਹੈ? ਉੱਗ ਹੀ ਰਿਹਾ ਹੁੰਦਾ ਹੈ। ਅਤੇ ਇੱਧਰ ਪੱਛਮ ਵਿੱਚ ਯਾਨੀ ਇੱਥੇ ਕੀ ਹੈ? ਗੁਜਰਾਤ। ਇੱਥੇ ਗੁਜਰਾਤ ਵਿੱਚ ਹਜੇ ਰਾਤ ਹੀ ਹੁੰਦੀ ਹੈ। ਯਾਨੀ ਇੰਨਾ ਡਿਫਰੈਂਸ ਹੈ, ਇੰਨਾ ਵੱਡਾ ਦੇਸ਼ ਹੈ ਕਿ ਇੱਕ ਪਾਸੇ ਦੇਸ਼ ਦੇ ਇੱਕ ਹਿੱਸੇ ਵਿੱਚ ਕੀ ਹੈ? ਸੂਰਜ ਚੜ੍ਹ ਰਿਹਾ ਹੁੰਦਾ ਹੈ ਅਤੇ ਉਸੇ ਦੂਸਰੇ ਹਿੱਸੇ ਵਿੱਚ ਕੀ ਹੈ? ਰਾਤ ਹੁੰਦੀ ਹੈ। ਤਾਪਕ੍ਰਮ ਦੀ ਇੰਨੀ ਭਿੰਨਤਾ ਹੈ ਕਿ ਇੱਥੇ ਸੰਸਾਰ ਦੀ ਹਰ ਫਸਲ ਪੈਦਾ ਕੀਤੀ ਜਾ ਸਕਦੀ ਹੈ। ਇਸ ਦਾ ਕਹਿਣ ਦਾ ਅਰਥ ਇਹ ਹੈ ਕਿ
ਭਾਰਤ ਵਿੱਚ ਕੀ ਹੈ, ਤਾਪਕ੍ਰਮ ਦੀ ਯਾਨੀ ਟੈਂਪਰੇਚਰ ਦੀ ਬਹੁਤ ਹੀ ਜ਼ਿਆਦਾ ਭਿੰਨਤਾ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੈ ਉੱਤਰ ਵੱਲ ਕੀ ਹੈ, ਹਿਮਾਲਿਆ, ਜਿੱਥੇ ਕਿ ਬਰਫੀਲੀਆਂ ਪਹਾੜੀਆਂ ਅਤੇ ਸ਼ਿਮਲਾ ਗੁਹਾਟੀ ਵਰਗੇ ਜਿਹੜੇ ਕੀ ਹੈ ਇਹੋ ਜਿਹੇ ਬਰਫੀਲੇ ਏਰੀਏ ਹਨ। ਅਤੇ ਜਿੱਥੇ ਕਿ ਇੱਕ ਤਰ੍ਹਾਂ ਦੀ ਆਪਾਂ ਗੱਲ ਕਰੀਏ ਰਾਜਸਥਾਨ ਕਿੱਥੇ ਕੀ ਹੈ, ਜਿੱਥੇ ਬਹੁਤ ਜ਼ਿਆਦਾ ਗਰਮੀ ਹੈ। ਇੱਕ ਬਹੁਤ ਵੱਡਾ ਥਾਰ ਮਾਰੂਥਲ ਵੀ ਜਿਹੜਾ ਰਾਜਸਥਾਨ ਵਿੱਚ ਪਾਇਆ ਜਾਂਦਾ ਹੈ। ਨੀਚੇ ਜੇ ਆਪਾਂ ਗੱਲ ਕਰ ਲਈਏ ਸਾਊਥ ਵਿੱਚ ਤਾਂ ਕੇਰਲ, ਤਾਮਿਲਨਾਡੂ ਜਿਹੜੇ ਤੱਟਵਰਤੀ ਏਰੀਆ ਨੇ ਕਿ ਬਹੁਤ ਵਿਸ਼ਾਲ ਸਮੁੰਦਰ ਲੱਗਦਾ ਹੈ। ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਭਾਰਤ ਵਿੱਚ ਇੰਨਾ ਟੈਂਪਰੇਚਰ ਦਾ ਡਿਫਰੈਂਸ ਹੈ ਕਿ ਇੱਥੇ ਸੰਸਾਰ ਦੀ ਜਿਹੜੀ ਹੈ ਹਰ ਪ੍ਰਕਾਰ ਦੀ ਜਿਹੜੀ ਫਸਲ ਕੀ ਹੈ ਪੈਦਾ ਕੀਤੀ ਜਾ ਸਕਦੀ ਹੈ। ਭਾਰਤ ਦੇ ਕੀ ਹਨ, 28 ਪ੍ਰਾਂਤਾਂ ਹਨ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਜਿਹੜੀਆਂ ਭਾਰਤ ਹੈ ਉਸ ਦੀਆਂ ਕਿੰਨੀਆਂ ਸਟੇਟਸ ਹਨ, 28 ਸਟੇਟ ਨੇ ਅਤੇ 9 ਯੂਟੀਜ਼ ਯਾਨੀ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਭਾਰਤ ਦੇ ਕਿੰਨੇ 28 ਪ੍ਰਾਂਤਾਂ ਹਨ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਹ ਬਹੁਤ ਹੀ ਯਾਦ ਰੱਖਣਯੋਗ ਗੱਲਾਂ ਹਨ ਜਿਹੜੀਆਂ ਕਿ ਆਪਾਂ ਨੂੰ ਯਾਦ ਕਰਨੀਆਂ ਪੈਣਗੀਆਂ। ਇਸ ਤੋਂ ਅੱਗੇ 22 ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ। ਭਾਰਤ ਵਿੱਚ ਕਿੰਨੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ, 22। ਭਾਰਤ ਵਿੱਚ 22 ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ। ਅਨੇਕਾਂ ਧਰਮਾਂ ਦਾ ਦੇਸ਼, ਜਿਵੇਂ ਕਿ ਆਪਾਂ ਨੂੰ ਪਤਾ ਹੈ ਭਾਰਤ ਵਿੱਚ ਅਨੇਕ ਧਰਮਾਂ ਦੇ ਲੋਕ ਰਹਿੰਦੇ ਹਨ। ਇਸ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ, ਜਿਵੇਂ ਹਿੰਦੂ, ਮੁਸਲਿਮ, ਸਿੱਖ, ਈਸਾਈ। ਸਭ ਤੋਂ ਵੱਡਾ ਲੋਕਤੰਤਰ ਭਾਰਤ ਕੀ ਹੈ, ਸਭ ਤੋਂ ਵੱਡਾ ਲੋਕਤੰਤਰ ਹੈ। ਲੋਕਤੰਤਰ ਦਾ ਮਤਲਬ ਕੀ ਹੈ, ਇਸ ਵਿੱਚ ਲੋਕਾਂ ਦਾ ਰਾਜ ਹੈ। ਜੋ ਭਾਰਤ ਦੇਸ਼ ਵਿੱਚ ਸਰਕਾਰ ਹੈ ਉਹ ਲੋਕਾਂ ਦੁਆਰਾ ਅਤੇ ਲੋਕਾਂ ਲਈ ਅਤੇ ਲੋਕਾਂ ਦੁਆਰਾ ਹੀ ਬਣਾਈ ਜਾਂਦੀ ਹੈ। ਇਸ ਲਈ ਜਿਹੜਾ ਭਾਰਤ ਹੈ ਸਭ ਤੋਂ ਵੱਡਾ ਇੱਕ ਲੋਕਤੰਤਰੀ ਦੇਸ਼ ਹੈ। ਜਿਸ ਪ੍ਰਕਾਰ ਆਪਾਂ ਭਾਰਤ ਦੀ ਇੰਨੀ ਪ੍ਰਸ਼ੰਸਾ ਕਰ ਰਹੇ ਸੀਗੇ, ਉਸੇ ਪ੍ਰਕਾਰ ਜਿਹੜੇ ਭਾਰਤ ਹੈ ਉਸ ਦੇ ਕਾਲੇ ਧੱਬੇ ਵੀ ਹਨ। ਜਿਵੇਂ ਕਿ ਸਭ ਤੋਂ ਪਹਿਲਾਂ ਸਭ ਤੋਂ ਵੱਧ ਅਨਪੜ੍ਹ ਲੋਕ ਕੀ ਹੈ, ਭਾਰਤ ਵਿੱਚ ਹੀ ਰਹਿੰਦੇ ਹਨ। ਸਭ ਤੋਂ ਵੱਧ ਅਨਪੜ੍ਹ ਲੋਕ ਕੀ ਹੈ, ਭਾਰਤ ਵਿੱਚ ਹੀ ਰਹਿੰਦੇ ਹਨ। 1/3 ਤੋਂ ਵੱਧ ਲੋਕ ਗਰੀਬੀ ਹੇਠਾਂ ਹਨ। ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੀ ਭਾਰਤ ਦੀ ਕੁੱਲ ਵਿੱਚੋਂ 1/3 ਜਿਹੜੇ ਲੋਕ ਨੇ ਉਹ ਗਰੀਬੀ ਰੇਖਾ ਤੋਂ ਹੇਠਾਂ ਹਨ। ਸਮਾਜਿਕ, ਆਰਥਿਕ, ਰਾਜਨੀਤਿਕ ਅਸਮਾਨਤਾਵਾਂ ਬਹੁਤ ਹਨ। ਜਿਵੇਂ ਕਿ ਆਪਾਂ ਨੂੰ ਪਤਾ ਹੈ ਸਮਾਜ ਵਿੱਚ ਕੀ ਹੈ, ਭਾਰਤ ਵਿੱਚ ਕੀ ਹੈ, ਸਮਾਜਿਕ ਤੌਰ 'ਤੇ ਜਾਤਾਂ ਪਾਤਾਂ ਹਨ ਜੋ ਕਿ ਇੱਕ ਸਮਾਜਿਕ ਅਸਮਾਨਤਾ ਹੈ। ਆਰਥਿਕ ਗਰੀਬੀ ਅਮੀਰੀ ਬਹੁਤ ਹੈ, ਜਿਸ ਕਰਕੇ ਕੀ ਹੈ ਇੱਕ ਆਰਥਿਕ ਜਿਹੜੀ ਅਸਮਾਨਤਾ ਹੈ। ਰਾਜਨੀਤਿਕ ਅਸਮਾਨਤਾ ਕਿਵੇਂ ਹੈ, ਜਿਵੇਂ ਕਿ ਜਿਹੜੇ ਨੇਤਾ ਲੋਕ ਹਨ ਉਹ ਸਿਰਫ ਆਪਣੇ ਏਰੀਏ ਦੀ ਹੀ ਡਿਵੈਲਪਮੈਂਟ ਕਰਦੇ ਹਨ। ਜਿਵੇਂ ਕਿਸੇ ਵੀ ਕੋਈ ਵੀ ਸਰਕਾਰ ਹੈ ਉਸਦੇ ਜਿਹੜੇ ਨੇਤਾ ਹਨ ਉਹ ਕੀ ਹੈ, ਸਿਰਫ ਆਪਦੇ ਏਰੀਏ ਦੀ ਡਿਵੈਲਪਮੈਂਟ ਕਰਦੇ ਹਨ, ਜਿਸ ਕਰਕੇ ਜਿਹੜਾ ਕੀ ਹੈ ਇੱਕ ਰਾਜਨੀਤਿਕ ਅਸਮਾਨਤਾ ਹੈ। ਉਸ ਤੋਂ ਅੱਗੇ ਸਭ ਤੋਂ ਵੱਧ ਪੜ੍ਹੇ ਲੋਕ ਕੇਰਲ ਵਿੱਚ ਹਨ। ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਕਿੱਥੇ ਹਨ, ਕੇਰਲ ਵਿੱਚ ਹਨ। ਇਹ ਕੁਐਸਚਨ ਵੀ ਆ ਸਕਦਾ ਹੈ ਵੀ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਕਿੱਥੇ ਹਨ, ਕੇਰਲ ਵਿੱਚ ਹਨ। ਜਿਸ ਦੀ ਔਸਤ ਅਨੁਸਾਰ ਜੇ ਆਪਾਂ ਗੱਲ ਕਰੀਏ ਤਾਂ 10 ਵਿੱਚੋਂ ਜਿਹੜੀਆਂ 9 ਇਸਤਰੀਆਂ ਕੀ ਹਨ, ਕੇਰਲ ਵਿੱਚ ਪੜ੍ਹੀਆਂ ਲਿਖੀਆਂ ਹਨ। 10 ਵਿੱਚੋਂ ਜਿਹੜੀਆਂ 9 ਇਸਤਰੀਆਂ ਜਿਹੜੀਆਂ ਹੈਗੀਆਂ ਨੇ ਉਹ ਕੇਰਲ ਵਿੱਚ ਪੜ੍ਹੀਆਂ ਲਿਖੀਆਂ ਹਨ। ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਕਿੱਥੇ ਹਨ, ਬਿਹਾਰ ਵਿੱਚ ਹਨ। ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਕਿੱਥੇ ਹਨ, ਬਿਹਾਰ ਵਿੱਚ ਹਨ। ਜੇ ਔਸਤ ਦੀ ਗੱਲ ਕਰ ਲਈਏ ਤਾਂ 10 ਵਿੱਚੋਂ ਜਿਹੜੀਆਂ 3 ਇਸਤਰੀਆਂ ਹੀ ਸਿਰਫ ਪੜ੍ਹੀਆਂ ਲਿਖੀਆਂ ਹਨ। ਅੱਗੇ ਡਿਸਕਸ ਕਰਦੇ ਹਾਂ ਭਾਰਤ ਦੇਸ਼ ਬਾਰੇ ਹੋਰ ਜਾਣਕਾਰੀ। ਧਾਰਨਾਵਾਂ ਅਨੁਸਾਰ ਭਾਰਤ ਦਾ ਸਭ ਤੋਂ ਪਹਿਲਾ ਨਾਮ ਹਿਮਾਚਲ ਸੇਤ ਪ੍ਰਿਅੰਤਮ ਸੀ, ਜਿਸ ਦਾ ਅਰਥ ਹੈ ਉਹ ਭੂ-ਭਾਗ ਜੋ ਹਿਮਾਚਲ ਤੇ ਰਾਮੇਸ਼ਵਰਮ ਦੇ ਵਿਚਾਲੇ ਹੈ। ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਕੀ ਹੈ, ਭਾਰਤ ਦਾ ਨਾਮ ਕੀ ਸੀ, ਹਿਮਾਚਲ ਸੇਤ ਪ੍ਰਿਅੰਤਮ ਸੀ, ਜਿਸ ਦਾ ਅਰਥ ਸੀਗਾ ਜਿਹੜਾ ਹਿਮਾਚਲ ਏਰੀਏ ਤੋਂ ਲੈ ਕੇ ਰਾਮੇਸ਼ਵਰ, ਜਿਹੜਾ ਸਭ ਤੋਂ ਪਹਿਲਾਂ ਉੱਪਰ ਨਾਰਥ ਤੋਂ ਲੈ ਕੇ ਸਾਊਥ ਤੱਕ ਜਿਹੜੇ ਹਿਮਾਚਲ ਕਿੱਥੇ ਹੈ, ਨਾਰਥ ਵਿੱਚ ਹੈ, ਅਤੇ ਨੀਚੇ ਸਾਊਥ ਵਿੱਚ ਕੀ ਹੈ, ਰਾਮੇਸ਼ਵਰਮ ਹੈ। ਜਿਹੜਾ ਇਹਦਾ ਸਾਰਾ ਵਿਚਕਾਲਾ ਏਰੀਆ ਸੀਗਾ ਉਸਨੂੰ ਕੀ ਕਿਹਾ ਜਾਂਦਾ ਸੀ, ਹਿਮਾਚਲ ਸੇਤ ਪ੍ਰਿਅੰਤਮ। ਉਸ ਤੋਂ ਅੱਗੇ ਆਰੀਆ ਲੋਕਾਂ ਨੇ ਇਸ ਨੂੰ ਆਰੀਆਵਰਤ ਕਿਹਾ। ਕਿਹੜੇ ਲੋਕਾਂ ਨੇ ਇਸ ਨੂੰ ਆਰੀਆਵਰਤ ਕਿਹਾ, ਆਰੀਆ ਲੋਕਾਂ ਨੇ। ਰਿਗਵੇਦ ਦੀ ਇੱਕ ਧਾਰਨਾ ਅਨੁਸਾਰ ਇਸ ਦਾ ਨਾਂ ਭਰਤ ਨਾਮਕ ਰਾਜੇ ਤੋਂ ਪਿਆ। ਆਪਾਂ ਨੂੰ ਇਹ ਕੁਐਸਚਨ ਵੀ ਆ ਸਕਦਾ ਹੈ, ਭਰਤ ਨਾਮਕ ਰਾਜੇ ਤੋਂ ਭਾਰਤ ਦਾ ਨਾਮ ਪੈਣ ਦੀ ਜਿਹੜੀ ਧਾਰਨਾ ਹੈ ਉਹ ਕਿਸ ਅਨੁਸਾਰ ਹੈ, ਰਿਗਵੇਦ ਅਨੁਸਾਰ ਹੈ। ਉਸ ਤੋਂ ਅੱਗੇ ਸਿੰਧੂ ਦਰਿਆ ਨੂੰ ਈਰਾਨੀ ਲੋਕ ਹਿੰਦੂ ਕਹਿੰਦੇ ਸਨ ਅਤੇ ਇੱਥੋਂ ਦੇ ਨਿਵਾਸੀਆਂ ਨੇ
ਨੂੰ ਹਿੰਦੁਸਤਾਨੀ ਕਿਹਾ ਜਾਂਦਾ ਸੀ, ਜਿਸ ਕਾਰਨ ਇਸ ਦਾ ਨਾਮ ਕੀ ਪੈ ਗਿਆ, ਹਿੰਦੁਸਤਾਨ ਪੈ ਗਿਆ। ਦੇਖੋ ਸਟੂਡੈਂਟ, ਜਿਹੜੇ ਸਿੰਧੂ ਦਰਿਆ ਹੈ, ਆਪਾਂ ਨੂੰ ਪਤਾ ਜਿਹੜਾ ਸਿੰਧੂ ਦਰਿਆ ਸੀਗਾ ਉਸ ਨੂੰ ਈਰਾਨੀ ਲੋਕ ਕੀ ਕਹਿੰਦੇ ਸੀ, ਹਿੰਦੂ ਕਹਿੰਦੇ ਸੀ। ਉਸ ਨੂੰ ਈਰਾਨੀ ਲੋਕ ਕੀ ਸੀ, ਹਿੰਦੂ ਕਹਿੰਦੇ ਸੀ, ਕਿਉਂਕਿ ਉਹ ਸੱਸੇ ਨੂੰ ਹਾਹਾ ਬੋਲਦੇ ਸਨ। ਈਰਾਨੀ ਲੋਕ ਸੱਸੇ ਨੂੰ ਸੱਸੇ ਨੂੰ ਕੀ ਕਹਿੰਦੇ ਸਨ, ਹਾਹਾ ਕਹਿੰਦੇ ਸਨ। ਇਸ ਕਰਕੇ ਜਿਹੜੇ ਉਹ ਸਿੰਧੂ ਨੂੰ ਕੀ ਕਹਿਣ ਲੱਗ ਗਏ, ਹਿੰਦੂ ਕਹਿਣ ਲੱਗ ਗਏ। ਅਤੇ ਇਸ ਸਿੰਧੂ ਦਰਿਆ ਦੇ ਆਲੇ ਦੁਆਲੇ ਜਿਹੜੇ ਲੋਕ ਸਨ ਉਹਨਾਂ ਨੂੰ ਕੀ ਕਹਿਣ ਲੱਗ ਗਏ, ਹਿੰਦੁਸਤਾਨੀ ਕਹਿਣ ਲੱਗ ਗਏ, ਜਿਸ ਕਰਕੇ ਇਸ ਦਾ ਨਾਮ ਕੀ, ਹਿੰਦੁਸਤਾਨ ਵੀ ਪੈ ਗਿਆ ਸੀਗਾ। ਉਸ ਤੋਂ ਅੱਗੇ ਰੋਮਨਾਂ ਨੇ ਸਿੰਧੂ ਨਦੀ ਦਾ ਨਾਮ ਇੰਡਸ ਕਰ ਦਿੱਤਾ। ਕਿਹਨਾਂ ਨੇ ਸਿੰਧੂ ਨਦੀ ਦਾ ਨਾਮ ਇੰਡਸ ਕਰ ਦਿੱਤਾ, ਰੋਮਨਾਂ ਨੇ ਜਿਹੜਾ ਸਿੰਧੂ ਨਦੀ ਦਾ ਨਾਮ ਕੀ, ਇੰਡਸ ਕਰ ਦਿੱਤਾ, ਜਿਸ ਕਾਰਨ ਇਸ ਦਾ ਨਾਮ ਕੀ ਹੈ, ਇੰਡੀਆ ਪੈ ਗਿਆ। ਇੰਡੀਆ ਦਾ ਨਾਮ ਪੈਣ ਦਾ ਕੀ ਕਾਰਨ ਸੀਗਾ, ਜਿਹੜੇ ਰੋਮਨ ਸੀਗੇ ਉਹਨਾਂ ਨੇ ਸਿੰਧੂ ਨਦੀ ਜਿਹੜੀ ਸੀਗੀ ਉਹਨੂੰ ਕੀ ਕਹਿਣ ਲੱਗ ਗਏ ਸੀ, ਉਹ ਇੰਡਸ, ਜਿਸ ਕਰਕੇ ਜਿਹੜਾ ਭਾਰਤ ਦਾ ਨਾਮ ਕੀ ਹੈ, ਇੰਡੀਆ ਵੀ ਪੈ ਗਿਆ ਸੀ। ਹਾਂਜੀ ਸਟੂਡੈਂਟਸ, ਹੁਣ ਆਪਾਂ ਜਿਹੜੀ ਭਾਰਤ ਦੀ ਸਥਿਤੀ, ਇਸ ਦੀ ਸਿਚੁਏਸ਼ਨ ਜਾਣਦੇ ਹਾਂ ਕਿ ਭਾਰਤ ਦੀ ਸਥਿਤੀ ਕਿੱਥੇ ਹੈ, ਇਹ ਕਿੱਥੇ ਜੀ ਦੇਖਿਆ ਜਾਂਦਾ ਅਤੇ ਕਿੱਥੇ ਜੀ ਇਹ ਆਉਂਦਾ ਹੈ। ਸਭ ਤੋਂ ਪਹਿਲਾਂ ਦੱਖਣੀ ਏਸ਼ੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਹੜਾ ਇੰਡੀਆ ਹੈ ਇਸ ਨੂੰ ਹੋਰ ਕੀ ਕਿਹਾ ਜਾਂਦਾ ਹੈ, ਦੱਖਣੀ ਏਸ਼ੀਆ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਸਥਿਤ ਹੈ। ਦੇਖੋ ਆਪਾਂ ਇੱਥੋਂ ਡਿਸਕਸ ਕਰਦੇ ਹਾਂ, ਆਹ ਕਿਹੜਾ ਕੰਟੀਨੈਂਟ ਹੈ, ਏਸ਼ੀਆ। ਆਹ ਕਿਹੜਾ ਕੰਟੀਨੈਂਟ ਹੈ, ਆਹ ਏਸ਼ੀਆ ਕੰਟੀਨੈਂਟ ਹੈ। ਠੀਕ ਹੈ, ਆਹ ਇਸ ਦਾ ਨਾਰਥ ਪਾਰਟ ਹੋ ਗਿਆ, ਨਾਰਥ। ਆਹ ਕਿਹੜਾ ਪਾਰਟ ਹੋ ਗਿਆ, ਸਾਊਥ। ਆਹ ਈਸਟ ਅਤੇ ਆਹ ਵੈਸਟ। ਠੀਕ ਹੈ, ਜਿਹੜਾ ਭਾਰਤ ਹੈ ਉਹ ਏਸ਼ੀਆ ਦੇ ਕਿਸ ਸਾਈਡ ਹੈ, ਸਾਊਥ ਵਿੱਚ ਹੈ। ਕਿਸ ਸਾਈਡ ਵਿੱਚ ਹੈ, ਸਾਊਥ ਵਿੱਚ ਹੈ। ਇਸ ਕਰਕੇ ਸਾਊਥ ਨੂੰ ਕੀ ਕਹਿੰਦੇ ਆ, ਪੰਜਾਬੀ ਵਿੱਚ ਕੀ ਕਹਿੰਦੇ ਆ, ਦੱਖਣ। ਜਿਹੜਾ ਏਸ਼ੀਆ ਦੇ ਵਿੱਚ ਜਿਹੜਾ ਭਾਰਤ ਹੈ ਉਹ ਕਿਹੜੇ ਪਾਸੇ ਹੈ, ਦੱਖਣ ਦੇ ਪਾਸੇ ਹੈ, ਜਿਸ ਕਰਕੇ ਇਸ ਨੂੰ ਦੱਖਣੀ ਏਸ਼ੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਤੋਂ ਅੱਗੇ ਜਿਹੜਾ ਭਾਰਤ ਹੈ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਉੱਪਰ ਸਥਿਤ ਹੈ। ਜਿਹੜਾ ਭਾਰਤ ਹੈ ਧਰਤੀ ਦੇ ਉੱਤਰੀ ਜਿਹੜਾ ਅਰਧ ਗੋਲਾ ਹੈ ਉਸ ਦੇ ਉੱਪਰ ਸਥਿਤ ਹੈ। ਇਹ ਕਿਵੇਂ, ਦੇਖਦੇ ਹਾਂ ਆਪਾਂ। ਆਹ ਜਿਹੜਾ ਪਾਰਟ ਹੈ, ਜੇ ਗਲੋਬ ਨੂੰ ਆਪਾਂ 4 ਪਾਰਟਸ ਦੇ ਵਿੱਚ ਡਿਵਾਈਡ ਕਰ ਲਈਏ ਤਾਂ ਆਹ ਵਾਲਾ ਕਿਹੜਾ ਪਾਰਟ ਹੈ, ਜਿਹੜਾ ਉੱਪਰ ਵਾਲਾ ਸਾਰਾ ਪਾਰਟ ਕਿਹੜਾ ਹੋਏਗਾ, ਇਹ ਹੋਏਗਾ ਨਾਰਦਰਨ ਹੈਮੀਸਫੀਅਰ, ਜਿਸ ਨੂੰ ਕੀ ਹੈ, ਉੱਤਰੀ ਅਰਧਗੋਲਾ ਵੀ ਕਿਹਾ ਜਾਂਦਾ ਹੈ। ਅਤੇ ਨੀਚੇ ਵਾਲਾ ਸਾਰਾ ਕਿਹੜਾ ਹੋਏਗਾ, ਸਾਊਥ ਵਾਲਾ, ਸਾਊਦਰਨ ਹੈਮੀਸਫੀਅਰ, ਜਿਹਨੂੰ ਕਿ ਦੱਖਣੀ ਅਰਧਗੋਲਾ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਇੱਥੇ ਗੱਲ ਕਰੀਏ ਇੰਡੀਆ ਕਿੱਥੇ ਹੈ, ਇੰਡੀਆ ਆ ਰਿਹਾ, ਇੰਡੀਆ ਕਿੱਥੇ ਹੈ, ਨਾਰਦਰਨ ਹੈਮੀਸਫੀਅਰ 'ਚ, ਯਾਨੀ ਉੱਤਰੀ ਅਰਧਗੋਲੇ ਦੇ ਵਿੱਚ। ਜਿਹੜਾ ਇੰਡੀਆ ਕਿੱਥੇ ਹੈ, ਜੇ ਆਪਾਂ ਗਲੋਬ ਤੋਂ ਦੇਖੀਏ ਤਾਂ ਜਿਹੜਾ ਇੰਡੀਆ ਹੈ ਉਹ ਉੱਤਰੀ ਅਰਧਗੋਲੇ 'ਤੇ ਹੈ, ਨਾਰਦਰਨ ਹੈਮੀਸਫੀਅਰ ਦੇ ਵਿੱਚ ਹੈ। ਉਸ ਤੋਂ ਅੱਗੇ ਪੂਰਬ ਵਾਲੇ ਪਾਸੇ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਾਲੇ ਪਾਸੇ ਅਰਬ ਸਾਗਰ ਹੈ। ਜਿਹੜਾ ਭਾਰਤ ਹੈ ਉਸਦੇ ਪੂਰਬ ਵੱਲ, ਜੇ ਆਪਾਂ ਈਸਟ ਵੱਲ ਗੱਲ ਕਰੀਏ ਤਾਂ ਕੀ ਹੈ, ਬੇ ਆਫ ਬੰਗਾਲ ਹੈ, ਅਤੇ ਪੱਛਮ ਵਾਲੇ ਪਾਸੇ ਯਾਨੀ ਵੈਸਟ ਸਾਈਡ ਜਿਹੜੀ ਕੀ ਹੈ, ਅਰਬ ਸਾਗਰ ਹੈ। ਕਿਵੇਂ, ਆਪਾਂ ਅੱਗੇ ਡਾਇਗਰਾਮ ਨਾਲ ਦੇਖਦੇ ਹਾਂ। ਦੇਖੋ ਜਿਹੜਾ ਆਹ ਵਾਲਾ ਪਾਸਾ ਹੈ ਇਹ ਕਿਹੜਾ, ਈਸਟ ਯਾਨੀ ਪੂਰਬ। ਤੇ ਆਹ ਵਾਲਾ ਕਿਹੜਾ ਪਾਸਾ ਹੈ, ਵੈਸਟ ਯਾਨੀ ਪੱਛਮ। ਦੇਖੋ ਆਹ ਇੰਡੀਆ ਹੈ, ਇੰਡੀਆ ਦੇ ਜਿਹੜੇ ਪੂਰਬ ਪਾਸੇ ਕੀ ਹੈ, ਬੇ ਆਫ ਬੰਗਾਲ ਹੈ, ਯਾਨੀ ਬੰਗਾਲ ਦੀ ਖਾੜੀ ਹੈ, ਬੰਗਾਲ ਦੀ ਖਾੜੀ ਹੈ। ਤੇ ਜਿਹੜਾ ਪੱਛਮ ਵਾਲਾ ਪਾਸਾ, ਜਿਹੜਾ ਵੈਸਟਰਨ ਪਾਰਟ ਹੈ, ਉੱਥੇ ਕੀ ਹੈ, ਅਰੇਬੀਅਨ ਸੀ ਹੈ, ਯਾਨੀ ਅਰਬ ਸਾਗਰ ਹੈ। ਤੇ ਨੀਚੇ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀ, ਇੱਥੇ ਕੀ ਹੈ, ਹਿੰਦ ਮਹਾਸਾਗਰ ਹੈ। ਜੇਕਰ ਆਪਾਂ ਨੂੰ ਕੁਐਸਚਨ ਆ ਜੇ ਜਿਹੜਾ ਭਾਰਤ ਦੇ ਪੂਰਬ ਵਾਲੇ ਪਾਸੇ ਕੀ ਸਥਿਤ ਹੈ, ਤਾਂ ਕੀ ਹੈ, ਬੇ ਆਫ ਬੰਗਾਲ ਯਾਨੀ ਬੰਗਾਲ ਦੀ ਖਾੜੀ। ਤੇ ਪੱਛਮ ਵਾਲੇ ਪਾਸੇ ਕੀ ਸਥਿਤ ਹੈ, ਅਰੇਬੀਅਨ ਸੀ ਯਾਨੀ ਅਰਬ ਦਾ ਸਾਗਰ। ਜੇ ਸਾਊਥ ਵਾਲੇ ਪਾਸੇ, ਦੱਖਣ ਵਾਲੇ ਪਾਸੇ ਗੱਲ ਕਰ ਲਈ ਜਾਵੇ ਤਾਂ ਇਸ ਦੇ ਥੱਲੇ ਕੀ ਹੈ, ਹਿੰਦ ਮਹਾਸਾਗਰ ਯਾਨੀ ਇੰਡੀਅਨ ਓਸ਼ਨ। ਉਸ ਤੋਂ ਅੱਗੇ
ਜਿਹੜਾ ਭਾਰਤ ਹੈ ਉਸ ਨੂੰ ਜਿਹੜਾ ਸਾਰਕ ਹੈ, ਭਾਰਤ ਨੂੰ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕਾਰਪੋਰੇਸ਼ਨ ਦਾ ਇੱਕ ਮਹੱਤਵਪੂਰਨ ਸਥਾਨ ਕੀ ਹੈ, ਹਾਸਲ ਹੈ। ਹੁਣ ਸਾਰਕ ਕੀ ਹੈ ਆਪਾਂ ਇਹ ਡਿਸਕਸ ਕਰਦੇ ਹਾਂ। ਸਾਰਕ ਕੀ ਹੈ? ਦੀ ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕਾਰਪੋਰੇਸ਼ਨ ਸਾਰਕ is an economic and political organization of 8 countries in South Asia। ਜਿਹੜੀ ਸਾਰਕ ਹੈ ਉਹ ਇੱਕ ਰੀਜਨਲ ਕਾਰਪੋਰੇਸ਼ਨ ਹੈ ਜਿਸ ਦੇ ਵਿੱਚ ਕੀ ਹੈ 8 ਜਿਹੜੀਆਂ ਸਾਊਥ ਏਸ਼ੀਆ ਦੀਆਂ ਜਿਹੜੀਆਂ 8 ਕੰਟਰੀਜ਼ ਸ਼ਾਮਲ ਨੇ, ਜੋ ਕਿ ਆਪਣੇ ਇਕਨੋਮਿਕ ਅਤੇ ਪੋਲੀਟੀਕਲ ਜਿਹੜੇ ਉਹਨਾਂ ਦੀਆਂ ਜਿਹੜੀਆਂ ਕੀ ਹੈ ਆਰਥਿਕ ਅਤੇ ਰਾਜਨੀਤਿਕ ਜਿਹੜੇ ਮੁੱਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਾਧਾਨ ਕਰਨ ਲਈ ਇੱਕ ਜਿਹੜੀ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਹੋਈ ਹੈ। ਇਟ ਵਾਜ਼ ਐਸਟੈਬਲਿਸ਼ਡ ਇਨ 1985। ਇਹ ਕੀ ਹੈ 1985 ਦੇ ਵਿੱਚ ਬਣੀ ਸੀ। ਵੈਨ ਦਾ ਹੈਡਸ ਆਫ ਸਟੇਟ ਇਜ਼ ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਨੇਪਾਲ, ਪਾਕਿਸਤਾਨ ਐਂਡ ਸ਼੍ਰੀਲੰਕਾ ਫਾਰਮਲੀ ਅਡੋਪਟਡ ਦਾ ਚਾਰਟਰ। ਇਸ ਦੇ ਵਿੱਚ ਕੀ ਸੀਗਾ, ਕਿਹੜੀਆਂ ਕੰਟਰੀਆਂ ਸੀਗੀਆਂ? ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸੀ। ਜੋ ਕਿ ਇਹਨਾਂ ਨੇ ਚਾਰਟਰ ਯਾਨੀ ਜੋ ਵੀ ਇਹਨਾਂ ਨੇ ਡਾਕੂਮੈਂਟ, ਜੋ ਵੀ ਇਹਨਾਂ ਨੇ ਸਹਿਮਤੀਆਂ ਜਾਂ ਜੋ ਵੀ ਨੀਤੀਆਂ ਇਹਨਾਂ ਨੇ ਬਣਾਈਆਂ ਸੀਗੀਆਂ ਉਹ ਇਹਨਾਂ 8 ਕੰਟਰੀਜ਼ ਨੇ 1985 ਦੇ ਵਿੱਚ ਅਡੋਪਟ ਕਰ ਲਈਆਂ ਸੀਗੀਆਂ। ਅਤੇ ਉਸ ਐਸੋਸੀਏਸ਼ਨ ਦਾ ਨਾਮ ਕੀ ਹੈ? ਸਾਰਕ ਰੱਖਿਆ ਸੀ, ਜਿਸ ਦੀ ਫੁੱਲ ਫਾਰਮ ਕੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕਾਰਪੋਰੇਸ਼ਨ। ਇਹ ਆਪਾਂ ਨੂੰ ਕੁਐਸਚਨ ਵੀ ਆ ਸਕਦਾ ਵੀ ਸਾਰਕ ਦੀ ਫੁੱਲ ਫਾਰਮ ਕੀ ਹੈ? ਦੀ ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕਾਰਪੋਰੇਸ਼ਨ। ਥੈਂਕਸ ਫॉर ਵਾਚਿੰਗ ਸਟੂਡੈਂਟ। ਸੋ ਅੱਜ ਦਾ ਆਪਣਾ ਸੈਸ਼ਨ ਜਿਹੜਾ ਇੱਥੇ ਹੀ ਖ਼ਤਮ ਕਰਦੇ ਹਾਂ। ਮਿਲਦੇ ਹਾਂ ਆਪਾਂ ਇਸ ਦੇ ਨੈਕਸਟ ਪਾਰਟ ਵਿੱਚ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਿਓ। ਥੈਂਕ ਯੂ।